गुड मॉर्निंग स्टूडेंट्स। बच्चों कैमिकल बॉन्डिंग कंटिन्यू करिए अगे। मैं तुहानू वेलेंस शैल इलैक्ट्रॉन पेयर रिपल्शन थ्योरी समझाती। टेबल भी आपां बनाया ही जिहदे विच आपां हाइब्रिडाइजेशन अजे पढ़नी आ। आपां शेप जमैट्री बारे सिੱਖਿਆ है काफ़ी कुछ। अज अपनी नवीं थ्योरी आ गई आ वेलेंस बॉन्ड थ्योरी वेलेंस शैल इलैक्ट्रॉन पेयर रिपल्शन थ्योरी तो होगी। हुण किहड़ी थ्योरी आ गई? वेलेंस बैंड थ्योरी। ਇਹਦੇ ਅੱਜ ਆਪਾਂ ਅਜ਼ੰਪਸ਼ਨਸ ਪੜਾਂਗੇ। ਥਿਊਰੀ ਕਿੱਦਾਂ ਸਾਨੂੰ ਦੱਸਦੀ ਹੈ, ਜਮੈਟਰੀ ਕਿੱਦਾਂ ਬਣਾਉਣੀ, ਸ਼ੇਪ ਕਿੱਦਾਂ ਬਣਾਉਣੀ ਹੈ। ਅਜ਼ੰਪਸ਼ਨਸ। ਫਸਟ ਅਜ਼ੰਪਸ਼ਨ ਇਸ ਥਿਊਰੀ ਦਾ, ਐਟਮ ਡੂ ਨਾਟ ਲੂਜ਼ देयर ਆਇਡੈਂਟੀਟੀ। ਐਟਮਸ ਡੂ ਨਾਟ lose their identity even after bonding ਕਰਨ ਤੋਂ ਬਾਅਦ ਵੀ ਐਟਮ ਆਪਣੀ ਆਇਡੈਂਟੀਟੀ ਲੂਜ਼ ਨਹੀਂ ਕਰਦੇ। ਜੇ ਹਾਈਡਰੋਜਨ ਐਟਮ ਆ ਉਹਦੀ ਆਇਡੈਂਟੀਟੀ ਉਹੋ ਹੀ ਰਹਿਣੀ ਆ, ਭਾਵੇਂ ਉਹਨਾਂ ਦੀ ਬੌਂਡਿੰਗ ਹੋ ਵੀ ਜਾਂਦੀ ਆ, ਉਹਨਾਂ ਦੀ ਪਹਿਚਾਣ ਨਹੀਂ ਖਰਾਬ ਹੋਊਗੀ। ਕਿੱਦਾਂ ਆਪੇ ਸਮਝ ਲੱਗਣ ਡੈ ਪੈਣਾ ਜਦੋਂ ਆਪਾਂ ਬੌਂਡ ਬਣਾਉਣ ਡੈ ਪਏ। ਸੈਕਿੰਡ ਆ ਗਿਆ ਤਾਂ ਬੌਂਡ ਇਜ਼ ਫੋਰਮਡ। ਬੌਂਡ ਕਿਵੇਂ ਬਣੇਗਾ? ਦਾ ਬੌਂਡ ਇਜ਼ ਫੋਰਮਡ ਡਿਊ ਟੂ ਇੰਟਰੈਕਸ਼ਨ ਆਫ ਵੈਲੈਂਸ ਇਲੈਕਟ੍ਰੋਨ ਓਨਲੀ। ਬੌਂਡ ਸਿਰਫ ਤੇ ਸਿਰਫ ਕਿਹੜੇ ਇਲੈਕਟ੍ਰੋਨ ਬਣਾਉਣਗੇ? ਵੈਲੈਂਸ ਇਲੈਕਟ੍ਰੋਨ ਤੇ ਪਤਾ ਹੀ ਹੋਣਗੇ ਨਾ ਤੁਹਾਨੂੰ। ਜੇ ਨਹੀਂ ਪਤਾ ਤੇ ਨੈਕਸਟ ਜਦੋਂ ਆਪਾਂ ਕੀਤੇ ਸਟਰਕਚਰ ਆਪੇ ਕਲੀਅਰ ਹੋ ਜਾਊ। ਵੈਸੇ ਤਾਂ ਬੜੀ ਸੌਖੀ ਚੀਜ਼ ਹੈ, ਪਤਾ ਹੋਣੇ ਚਾਹੀਦੇ। ਮੈਂ ਇੱਥੇ ਨਾ ਹੀ ਦੱਸਾਂ ਕਿਸੇ ਸਪੈਸੀਫਿਕ ਐਟਮ ਨੂੰ ਲੈ ਕੇ, ਜਿੱਦਾਂ ਮੈਂ ਵੈਸੇ ਦੱਸਣਾ ਹਾਈਡਰੋਜਨ 'ਚ ਇੱਕ ਵੈਲੈਂਸ ਇਲੈਕਟ੍ਰੋਨ ਹੁੰਦਾ, ਸਿਲੀਕੌਨ ਦੇ ਵਿੱਚ 4 ਵੈਲੈਂਸ ਇਲੈਕਟ੍ਰੋਨ ਹੁੰਦੇ, ਜਰਮੇਨੀਅਮ 'ਚ ਵੀ 4 ਵੈਲੈਂਸ ਇਲੈਕਟ੍ਰੋਨ ਹੁੰਦੇ। ਪਤਾ ਹੋਣਾ ਚਾਹੀਦਾ ਚੀਜ਼ਾਂ ਕਿੱਦਾਂ ਕੈਲਕੂਲੇਟ ਕਰੀ ਦੀਆਂ। ਥਰਡ ਓਨਲੀ ਵੈਲੈਂਸ ਇਲੈਕਟ੍ਰੋਨ ਲੂਜ਼ देयर ਆਇਡੈਂਟੀਟੀ। ਸਿਰਫ ਤੇ ਸਿਰਫ ਜਿਨ੍ਹਾਂ ਨੇ ਬੌਂਡਿੰਗ ਕਰਨੀ ਉਹੀ ਲੂਜ਼ ਕਰਨਗੇ ਆਇਡੈਂਟੀਟੀ। ਓਨਲੀ ਵੈਲੈਂਸ ਇਲੈਕਟ੍ਰੋਨ ਲੂਜ਼ देयर ਆਇਡੈਂਟੀਟੀ। ਇਹ ਗੱਲ ਵੀ ਯਾਦ ਰੱਖਿਓ। ਇਸ ਤੋਂ ਨੈਕਸਟ ਹੋਰ ਆਪਾਂ ਇਹ 'ਚ ਲਿਖ ਸਕਦੇ ਹਾਂ। ਹਾਂ, ਫੋਰਥ ਪੁਆਇੰਟ ਵੀ ਇਹ ਵੀ ਆ ਸਕਦਾ, ਦਾ ਸਟੇਬਿਲਿਟੀ ਆਫ ਬੌਂਡ depends upon the amount of energy released during formation of a bond ਬੌਂਡ ਦੀ ਸਟੇਬਿਲਿਟੀ ਕਿਤੇ ਡਿਪੈਂਡ ਕਰਦੀ ਵੀ ਐਨਰਜੀ ਕਿੰਨੀ ਰਿਲੀਜ਼ ਹੋਈ ਹੈ। ਡੈਲਟਾ ਐਚ 'ਤੇ ਡਿਪੈਂਡ ਕਰਦੀ। ਹੁਣ ਡੈਲਟਾ ਐਚ ਕੀ ਆ? ਜਿਸ ਤਰ੍ਹਾਂ ਜੇ ਤੇ ਐਨਰਜੀ ਰਿਲੀਜ਼ ਹੋਵੇ ਨਾ, ਐਨਰਜੀ ਰਿਲੀਜ਼ ਉਦੋਂ ਹੁੰਦੀ ਜਦੋਂ ਬੌਂਡ ਫੋਰਮ ਹੁੰਦਾ, ਅਤੇ ਐਨਰਜੀ ਅਬਜ਼ੋਰਬ ਉਦੋਂ ਹੁੰਦੀ ਆ ਜਦੋਂ ਬੌਂਡ ਬ੍ਰੇਕ ਹੁੰਦਾ। ਇਹ ਗੱਲਾਂ ਦਾ ਵੈਸੇ ਇਹਦੇ ਨਾਲ ਅਬਜ਼ੋਰਬ ਦਾ ਤਾਂ ਕੋਈ ਮਤਲਬ ਨਹੀਂ ਆ। ਵੈਸੇ ਜੇ ਯਾਦ ਰੱਖਣਾ ਯਾਦ ਰੱਖ ਲਿਓ, ਐਨਰਜੀ ਰਿਲੀਜ਼ ਉਦੋਂ ਹੁੰਦੀ ਜਦੋਂ ਚੇਂਜ ਇਨ ਐਂਥੈਲਪੀ ਜਿਹੜਾ ਨੈਗੇਟਿਵ ਹੋਵੇ, ਅਬਜ਼ੋਰਬ ਉਦੋਂ ਹੁੰਦੀ ਜਦੋਂ ਚੇਂਜ ਇਨ ਐਂਥੈਲਪੀ ਪੋਜ਼ੀਟਿਵ ਹੋਵੇ। ਹਾਂ, ਡੈਲਟਾ ਐਚ ਕੀ ਆ ਤਾਂਹੀਓ ਮੈਂ ਲਿਖਣ ਨਹੀਂ ਡਿਆ, ਕਿਉਂਕਿ ਤੁਹਾਨੂੰ ਅਜੇ ਕਨਫਿਊਜ਼ ਹੀ ਇਹਨਾਂ ਚੀਜ਼ਾਂ ਨੇ ਕਰਨਾ। ਬਸ ਤੁਸੀਂ ਇੰਨਾ ਯਾਦ ਰੱਖ ਲਓ, ਬੌਂਡ ਸਟੇਬਲ ਦਾ ਮਤਲਬ ਜਿੱਥੇ ਰਿਪਲਸ਼ਨ ਘੱਟ ਹੋਵੇ, ਜਿਹੜਾ ਬੌਂਡ ਜਲਦੀ ਟੁੱਟੇ ਨਾ, ਉਹ ਕਿਹਦੇ 'ਤੇ ਡਿਪੈਂਡ ਕਰਦਾ ਵੀ ਐਨਰਜੀ ਕਿਸ ਤਰ੍ਹਾਂ ਰਿਲੀਜ਼ ਹੁੰਦੀ ਪਈ, ਕਿੰਨੀ ਰਿਲੀਜ਼ ਹੁੰਦੀ ਪਈ, ਘੱਟ ਵੱਧ ਉਹਦੇ 'ਤੇ ਡਿਪੈਂਡ ਕਰੂਗਾ। ਫਿਫਥ ਆਪਾਂ ਕਹਿ ਸਕਦੇ ਹਾਂ, ਹੋਰ ਆਪਾਂ ਕਹਿ ਸਕਦੇ ਹਾਂ, ਵੈਸੇ ਤਾਂ 4 ਪੁਆਇੰਟ ਹੀ ਹੁੰਦੇ ਨੇ ਇਹਦੇ, 4 ਪੁਆਇੰਟ ਆਪਣੇ ਹੋ ਗਏ ਆ। ਹੋਰ ਆਪਾਂ ਇਹਦੇ ਵਿੱਚ ਲਿਖ ਲੈਂਦੇ। ਇੱਕ ਐਗਜ਼ਾਮਪਲ ਦੱਸਦਾ ਤੁਹਾਨੂੰ। ਫੋਰ एग्जाम्पल देखियो, फॉर्मेशन ऑफ हाइड्रोजन
ਹਾਈਡਰੋਜਨ ਮੋਲੀਕਿਊਲ ਅਕੋਰਡਿੰਗ ਟੂ ਵੈਲੈਂਸ ਬੌਂਡ ਥਿਊਰੀ। ਇਹਨੂੰ ਧਿਆਨ ਨਾਲ ਦੇਖਿਓ, ਇਹਦਾ ਕੁਐਸਚਨ ਬਣਾ ਕੇ ਵੀ ਤੁਹਾਨੂੰ ਪੁੱਛਿਆ ਜਾ ਸਕਦਾ। ਅਕੋਰਡਿੰਗ ਟੂ VB ਥਿਊਰੀ H2 ਮੋਲੀਕਿਊਲ ਕਿੱਦਾਂ ਬਣੂਗਾ। ਹੁਣ ਹਾਈਡਰੋਜਨ ਮੋਲੀਕਿਊਲ, ਜੇ ਮੈਂ ਹਾਈਡਰੋਜਨ ਐਟਮ ਬਣਾਵਾਂ, ਹਾਈਡਰੋਜਨ ਐਟਮ ਇਹਨੂੰ ਮੈਂ ਕਹਿ ਦੂੰਗਾ A ਟਾਈਪ ਦਾ, 2 ਹਾਈਡਰੋਜਨ ਐਟਮ ਨੇ। ਹਾਈਡਰੋਜਨ ਐਟਮ ਇਹਨੂੰ ਮੈਂ ਕਹਿ ਦਿੰਦਾ B ਟਾਈਪ ਦਾ। ਨਿਊਕਲੀਅਸ ਸੈਂਟਰ ਦੇ ਵਿੱਚ ਹੈਗਾ ਵਾ ਨਿਊਕਲੀਅਸ, ਨਿਊਕਲੀਅਸ ਉਸ ਤੋਂ ਬਾਅਦ ਹੈਗਾ ਸ਼ੈੱਲ, ਅਤੇ ਸ਼ੈੱਲ ਦੇ ਵਿੱਚ ਇੱਕ ਇਲੈਕਟ੍ਰੋਨ ਆ ਜਿਹੜਾ ਘੁੰਮਦਾ ਪਿਆ ਇਹਦੇ ਆਲੇ ਦੁਆਲੇ। ਨਿਊਕਲੀਅਸ ਦੇ ਵਿੱਚ ਪ੍ਰੋਟੋਨ ਹੁੰਦਾ, ਪ੍ਰੋਟੋਨ, ਜਿੱਦਾਂ ਪ੍ਰੋਟੋਨ ਨੂੰ ਬਾਅਦ 'ਚ ਸਿੰਬਲ ਵੇਖ ਲੈਂਦੇ ਕੀ ਦੇਣਾ। ਜਿੱਦਾਂ ਇੱਥੇ ਨਿਊਕਲੀਅਸ ਦੂਜੇ ਦਾ ਪਲੱਸ ਨਿਊਕਲੀਅਸ ਵਿੱਚ ਪਏ ਹੁੰਦੇ ਨਾ, ਅਤੇ ਆਲੇ ਦੁਆਲੇ ਇਹਦਾ ਇਲੈਕਟ੍ਰੋਨ ਵੀ ਘੁੰਮਦਾ ਪਿਆ। ਹੁਣ ਵੇਖਿਓ ਇਹਦੇ ਵਿੱਚ ਜੇ ਮੈਂ ਹਾਈਡਰੋਜਨ A ਟਾਈਪ ਦੀ ਗੱਲ ਕਰਾਂ ਅਤੇ ਇੱਧਰ ਹਾਈਡਰੋਜਨ ਹੈਗਾ B ਟਾਈਪ ਦਾ। ਬਸ ਫਰਕ ਪਾਉਣ ਲਈ AB ਸਿੰਬਲ ਦੇ ਦਿੱਤਾ। ਇਹਨਾਂ 'ਚ ਪ੍ਰੋਟੋਨ ਕਿਹੜੇ ਆ ਅਤੇ ਇਲੈਕਟ੍ਰੋਨ ਕਿਹੜੇ ਆ। ਪ੍ਰੋਟੋਨ ਲਿਖੀਏ ਅਤੇ ਇਲੈਕਟ੍ਰੋਨ ਲਿਖੀਏ। ਹੁਣ A ਦੇ ਵਿੱਚ ਇਲੈਕਟ੍ਰੋਨ ਨੂੰ ਮੈਂ ਕਹਿ ਦਿੰਦਾ EA, ਅਤੇ ਇਹਦੇ ਵਿੱਚ ਜਿਹੜਾ ਇਲੈਕਟ੍ਰੋਨ ਆ ਇਹਨੂੰ ਮੈਂ ਕਹਿ ਦਿੰਦਾ EB। ਇਹਨੂੰ ਮੈਂ EA ਬੋਲ ਦਿੰਦਾ, ਇਹਨੂੰ ਮੈਂ EB ਬੋਲ ਦਿੰਦਾ। ਅਤੇ ਨਿਊਕਲੀਅਸ ਦੇ ਵਿੱਚ ਜਿਹੜਾ ਪ੍ਰੋਟੋਨ ਆ ਉਹਨੂੰ ਮੈਂ NA ਬੋਲ ਦਿੰਦਾ, ਇਹਨੂੰ ਮੈਂ NB ਬੋਲ ਦਿੰਦਾ। ਆ NA ਹੋ ਗਿਆ, ਇੱਧਰ NB ਹੋ ਗਿਆ। ਕਿਹੜੀਆਂ ਕਿਹੜੀਆਂ ਫੋਰਸਿਸ ਹੋ ਸਕਦੀਆਂ। ਨੰਬਰ ਆਫ ਅਟਰੈਕਟਿਵ, ਅਟਰੈਕਸ਼ਨ ਕਿੱਦਾਂ ਦੀ ਹੋਊਗੀ, ਅਟਰੈਕਟਿਵ ਫੋਰਸਿਸ, ਅਤੇ ਇੱਧਰ ਲਿਖ ਲੈਂਦੇ ਹਾਂ ਨੰਬਰ ਆਫ ਰਿਪਲਸਿਵ ਫੋਰਸਿਸ, ਰਿਪਲਸਿਵ ਫੋਰਸਿਸ। ਧਿਆਨ ਨਾਲ ਦੇਖਿਓ ਇਹਨਾਂ ਚੀਜ਼ਾਂ ਨੂੰ। ਹੁਣ ਆ ਵੇਖੋ, ਆ ਜਿਹੜਾ ਮਾਈਨਸ ਆ ਇਹ ਆ ਪਲੱਸ ਹੁੰਦਾ, ਆ ਵੀ ਪਲੱਸ ਹੁੰਦਾ। ਮਾਈਨਸ ਪਲੱਸ ਨਾਲ ਅਟਰੈਕਟ ਹੋ ਸਕਦਾ। ਫਿਰ ਸਾਨੂੰ ਇਹ ਪਤਾ ਲੱਗ ਗਿਆ ਵੀ EA ਜਿਹੜਾ ਵਾ ਉਹ NA ਨਾਲ ਅਟਰੈਕਟ ਹੋ ਸਕਦਾ। ਇੰਨਾ ਕਲੀਅਰ ਹੋ ਗਿਆ। ਹੁਣ ਇੱਧਰ ਦੇਖਿਓ, ਮਾਈਨਸ ਪਲੱਸ ਨਾਲ ਅਟਰੈਕਟ ਹੋ ਸਕਦਾ, ਜਿਹੜਾ EB ਆ ਉਹ NB ਨਾਲ ਅਟਰੈਕਟ ਹੋ ਗਿਆ। ਇੱਧਰ ਆ ਜਿਹੜਾ ਮਾਈਨਸ ਆ ਇਹ ਮਾਈਨਸ ਇਹਦੇ ਪਲੱਸ ਨਾਲ ਵੀ ਅਟਰੈਕਟ ਹੋਊਗਾ। EA ਜਿਹੜਾ ਵਾ ਉਹ NB ਨਾਲ ਅਟਰੈਕਟ ਹੋ ਗਿਆ। ਆਹ ਵਾਲਾ ਮਾਈਨਸ ਆ ਇਹ ਇਹਦੇ ਪਲੱਸ ਨਾਲ ਵੀ ਅਟਰੈਕਟ ਹੋਊਗਾ। EB ਜਿਹੜਾ ਵਾ ਉਹ NA ਨਾਲ ਅਟਰੈਕਟ ਹੋ ਗਿਆ। ਟੋਟਲ 4 ਫੋਰਸਿਸ ਆ ਗਈਆਂ। ਹੁਣ ਰਿਪਲਸਿਵ ਦੇਖਦੇ ਹਾਂ। ਰਿਪਲਸਿਵ ਹੋਣੀਆਂ ਇਹਦੇ ਵਿੱਚ ਆ ਪਲੱਸ ਜਿਹੜਾ ਇਸ ਪਲੱਸ ਨੂੰ ਧੱਕਾ ਮਾਰੂਗਾ। NA ਜਿਹੜੇ ਇੱਕੋ ਜਿੱਕੇ ਹੁੰਦੇ ਨਾ ਉਹ ਰਿਪੈਲ ਕਰਦੇ। NA ਅਤੇ NB 'ਚ ਰਿਪਲਸਿਵ। ਆਹ ਵਾਲਾ ਮਾਈਨਸ ਇਸ ਮਾਈਨਸ ਨੂੰ ਰਿਪੈਲ ਕਰੂਗਾ। EA ਅਤੇ EB ਰਿਪੈਲ ਕਰੂਗਾ। ਕਿਹੜੀਆਂ ਫੋਰਸਿਸ ਜ਼ਿਆਦਾ ਦੋਨਾਂ ਦੇ ਵਿੱਚੋਂ। ਅਟਰੈਕਟਿਵ ਜ਼ਿਆਦਾ ਨੇ, ਇਹ 4 ਨੇ, ਆ ਸਿਰਫ 2 ਵਾ, ਇਹਨਾਂ ਦੀ ਗਿਣਤੀ ਜ਼ਿਆਦਾ। ਜੇ ਅਟਰੈਕਟਿਵ ਫੋਰਸਿਸ ਜ਼ਿਆਦਾ ਹੁੰਦੀਆਂ ਵਾ ਅਤੇ ਇਹ ਦੋਨੇ ਕੰਬਾਈਨ ਹੋ ਸਕਦੇ ਅਤੇ ਆਪਣੀ ਜਗ੍ਹਾ 'ਤੇ ਸਟੇਬਲ ਹੋਣਗੇ। ਯਾਦ ਰੱਖ ਲਿਓ, ਨੰਬਰ ਆਫ ਅਟਰੈਕਟਿਵ ਫੋਰਸਿਸ ਗ੍ਰੇਟਰ ਦੈਨ ਹੋਣੀਆਂ ਚਾਹੀਦੀਆਂ, ਤਾਂ ਹੀ ਬੌਂਡ ਬਣਦੇ ਨੇ, ਤਾਂ ਹੀ ਇਹ ਇੱਕ ਜਗ੍ਹਾ 'ਤੇ ਟਿਕ ਕੇ ਰਹਿੰਦੇ ਨੇ। H ਅਤੇ H ਰਲ ਕੇ ਕੀ ਬਣਾ ਲੈਣਗੇ, H2 ਬਣਾ ਲੈਣਗੇ। ਠੀਕ ਹੈ। ਕਿਹੜੀਆਂ ਫੋਰਸਿਸ ਜ਼ਿਆਦਾ ਹੋਣੀਆਂ ਚਾਹੀਦੀਆਂ, ਅਟਰੈਕਟਿਵ ਫੋਰਸਿਸ ਜ਼ਿਆਦਾ ਹੋਣੀਆਂ ਚਾਹੀਦੀਆਂ। ਕਿੰਨਾ ਨਾਲੋਂ, ਰਿਪਲਸਿਵ ਫੋਰਸਿਸ ਨਾਲੋਂ। ਹੋ ਗਿਆ ਨਾ ਕਲੀਅਰ। ਅਤੇ ਦੋਨੇ ਕੰਬਾਈਨ ਹੋ ਕੇ H2 ਬਣਾ ਲੈਣਗੇ। ਇਹ ਸਾਨੂੰ VB ਥਿਊਰੀ ਨੇ ਸਮਝਾਇਆ ਸੀ। ਫਿਰ ਮੈਂ ਅੱਗੇ ਤੁਹਾਨੂੰ ਕੱਲ੍ਹ ਕੁਐਸਚਨ ਹੋਰ ਕਰਾਊਂਗਾ ਵੀ HE2 ਮੋਲੀਕਿਊਲ ਕਿਉਂ ਨਹੀਂ ਬਣਦਾ। ਜੇ ਮੈਂ H2 ਮੋਲੀਕਿਊਲ 'ਤੇ ਬਣਾ ਤਾ, ਤੁਸੀਂ ਅੱਜ ਦੇ ਦਿਨ ਲਈ ਇਹ ਦਿਮਾਗ 'ਚ ਬਿਠਾ ਲਓ, ਜੇ ਅਟਰੈਕਟਿਵ ਫੋਰਸਿਸ ਜ਼ਿਆਦਾ ਵਾ ਅਤੇ ਮੋਲੀਕਿਊਲ ਫਾਰਮ ਹੋਣਾ ਨਹੀਂ ਤੇ ਨਹੀਂ ਹੋਣਾ। ਅਤੇ ਇੱਥੇ ਆਪਾਂ ਵੇਖ ਲਿਆ ਅਟਰੈਕਟਿਵ ਹੀ ਜ਼ਿਆਦਾ ਸੀ ਅਤੇ ਰਿਪਲਸਿਵ ਘੱਟ ਸੀ। ਠੀਕ ਹੈ, ਥੈਂਕ ਯੂ।